ਕਿਸੇ ਖਾਸ ਕੰਮ ਨੂੰ ਨੇਪਰੇ ਚਾੜਨ ਵਾਲੇ ਸੈੱਲਾਂ ਦਾ ਸਮੂਹ ਜੋ ਕਿ ਸਰੀਰ ਵਿੱਚ ਇੱਕ ਖਾਸ ਥਾਂ ਤੇ ਮਿਲਦਾ ਹੈ, ਟਿਸ਼ੂ ਕਹਿੰਦੇ ਹਨ। ਸੈੱਲ ਵੰਡ ਦੀ ਸਮਰੱਥਾ ਦੇ ਆਧਾਰ ਤੇ ਪੌਦਾ ਟਿਸ਼ੂ ਦੋ ਤਰ੍ਹਾਂ ਦੇ ਹੁੰਦੇ ਹਨ: ਅਸਥਾਈ ਟਿਸ਼ੂ, ਸਥਾਈ ਟਿਸ਼ੂ। ਅਸਥਾਈ ਟਿਸ਼ੂ ਪੌਦਿਆਂ ਵਿੱਚ ਵਾਧਾ ਪੌਦੇ ਦੇ ਕੁਝ ਸੀਮਿਤ ਥਾਵਾਂ ਤੇ ਹੁੰਦਾ ਹੈ। ਇਸ ਕਰਕੇ ਵੰਡਣਯੋਗ ਟਿਸ਼ੂ ਜੋ ਇਹਨਾਂ ਸੀਮਿਤ ਥਾਵਾਂ ਤੇ ਸਥਿਤ ਹੈ, ਉਸ ਨੂੰ ਅਸਥਾਈ ਟਿਸ਼ੂ ਕਹਿੰਦੇ ਹਨ। ਪੌਦੇ ਵਿੱਚ ਜਿਸ ਥਾਂ ਤੇ ਇਹ ਟਿਸ਼ੂ ਸਥਿਤ ਹੈ, ਉਸ ਹਿਸਾਬ ਨਾਲ ਅਸੀਂ ਇਸ ਨੂੰ ਐਪੀਕਲ ਜਾਂ ਸਿਖਰੀ, ਲੇਟਰਲ ਜਾਂ ਬਗਲੀ, ਇੰਟਰਕੈਲੋਰੀ ਜਾਂ ਅੰਤਰਵੇਸ਼ੀ ਭਾਗਾਂ ਵਿੱਚ ਵੰਡਦੇ ਹਾਂ। ਸਿਖਰੀ ਅਸਥਾਈ ਟਿਸ਼ੂ ਜੜ ਅਤੇ ਤਣੇ ਦੇ ਵੱਧਦੇ ਹੋਏ ਸਿਰਿਆਂ ਤੇ ਹੁੰਦਾ ਹੈ ਅਤੇ ਇਹਨਾਂ ਦੀ ਲੰਬਾਈ ਵਧਾਉਂਦਾ ਹੈ, ਜਦੋਂ ਕਿ ਬਗਲੀ ਅਸਥਾਈ ਟਿਸ਼ੂ ਜੜ ਅਤੇ ਤਣੇ ਦੀ ਮੋਟਾਈ ਵਧਾਉਣ ਲਈ ਜ਼ਿੰਮੇਵਾਰ ਹੈ। ਅੰਤਰਵੇਸ਼ੀ ਟਿਸ਼ੂ ਪੱਤਿਆਂ ਅਤੇ ਟਹਿਣੀਆਂ ਦੀਆਂ ਪੋਰੀਆਂ ਦੇ ਥੱਲੇ ਹੁੰਦਾ ਹੈ। ਸਥਾਈ ਟਿਸ਼ੂ ਅਸਥਾਈ ਟਿਸ਼ੂ ਜਦੋਂ ਆਪਣੀ ਵਿਭਾਜਨ ਸਮਰੱਥਾ ਖੋ ਬੈਠਦੇ ਹਨ ਤਾਂ ਇੱਕ ਖਾਸ ਕੰਮ ਦਾ ਜ਼ਿੰਮਾ ਲੈਂਦੇ ਹਨ, ਉਹ ਸਥਾਈ ਟਿਸ਼ੂ ਬਣ ਜਾਂਦੇ ਹਨ। ਇੱਕ ਪੱਕਾ ਆਕਾਰ, ਦਿੱਖ ਅਤੇ ਕੰਮ ਲੈ ਲੈਣ ਦੀ ਕਿਰਿਆ ਨੂੰ ਡਿਫਰੈਂਸ਼ੀਏਸ਼ਨ ਕਹਿੰਦੇ ਹਨ। ਸਥਾਈ ਟਿਸ਼ੂ ਦੋ ਤਰ੍ਹਾਂ ਦੇ ਹੁੰਦੇ ਹਨ: ਸਰਲ ਸਥਾਈ ਟਿਸ਼ੂ, ਗੁੰਝਲਦਾਰ ਸਥਾਈ ਟਿਸ਼ੂ। ਸਰਲ ਸਥਾਈ ਟਿਸ਼ੂ ਇਹ ਇੱਕ ਤਰ੍ਹਾਂ ਦੇ ਸੈੱਲਾਂ ਤੋਂ ਮਿਲ ਕੇ ਬਣਿਆ ਹੁੰਦਾ ਹੈ, ਜਿਨ੍ਹਾਂ ਦੀ ਉਤਪਤੀ ਅਤੇ ਕੰਮ ਇੱਕੋ ਜਿਹਾ ਹੁੰਦਾ ਹੈ। ਇਹ ਤਿੰਨ ਤਰ੍ਹਾਂ ਦੇ ਹੁੰਦੇ ਹਨ: ਪੇਰਨਕਾਈਮਾ ਟਿਸ਼ੂ, ਕਲੇਰਨਕਾਈਮਾ ਟਿਸ਼ੂ ਅਤੇ ਸਕਲੇਰਨਕਾਈਮਾ ਟਿਸ਼ੂ। ਗੁੰਝਲਦਾਰ ਸਥਾਈ ਟਿਸ਼ੂ। ਗੁੰਝਲਦਾਰ ਸਥਾਈ ਟਿਸ਼ੂ ਵਿੱਚ ਕਈ ਤਰ੍ਹਾਂ ਦੇ ਸੈੱਲ ਹੁੰਦੇ ਹਨ ਜੋ ਕਿ ਆਪਸ ਵਿੱਚ ਤਾਲਮੇਲ ਕਰਕੇ ਇੱਕ ਸਾਂਝਾ ਕੰਮ ਕਰਦੇ ਹਨ। ਇਹ ਦੋ ਤਰ੍ਹਾਂ ਦੇ ਹਨ: ਜ਼ਾਈਲਮ, ਫਲੋਏਮ। ਜ਼ਾਈਲਮ ਇਹ ਵਹਿਣੀ ਟਿਸ਼ੂ ਹੈ ਜਿਸ ਵਿੱਚ ਟ੍ਰੈਕਟੀਜ਼, ਵੈਸਲਜ਼, ਜ਼ਾਈਲਮ, ਪੇਰਨਕਾਈਮਾ ਅਤੇ ਜ਼ਾਈਲਮ ਰੇਸ਼ੇ ਹੁੰਦੇ ਹਨ। ਇਹਨਾਂ ਦੀਆਂ ਸੈੱਲ ਭਿੱਤੀਆਂ ਅਕਸਰ ਮੋਟੀਆਂ ਹੁੰਦੀਆਂ ਹਨ ਅਤੇ ਸੈੱਲ ਮ੍ਰਿਤਕ ਹੁੰਦੇ ਹਨ। ਟ੍ਰੈਕਟੀਜ਼ ਅਤੇ ਵੈਸਲਜ਼ ਪਾਣੀ ਅਤੇ ਖਣਿਜਾਂ ਨੂੰ ਹੇਠਾਂ ਤੋਂ ਉੱਪਰ ਵੱਲ ਢੋਣ ਦਾ ਕੰਮ ਕਰਦੇ ਹਨ। ਰੇਸ਼ਿਆਂ ਦਾ ਕੰਮ ਸਹਾਰਾ ਦੇਣਾ ਹੈ। ਪੇਰਨਕਾਈਮਾ ਵਿੱਚ ਭੋਜਨ ਜਮ੍ਹਾਂ ਹੁੰਦਾ ਰਹਿੰਦਾ ਹੈ ਅਤੇ ਇਹ ਪਾਣੀ ਨੂੰ ਕਿਨਾਰਿਆਂ ਵੱਲ ਢੋਂਦਾ ਹੈ। ਫਲੋਏਮ ਇਹ ਵੀ ਵਹਿਣੀ ਟਿਸ਼ੂ ਹੈ ਜਿਸ ਦੇ ਚਾਰ ਭਾਗ ਸੀਵ ਟਿਊਬਾਂ, ਸੈਸੈਲ, ਫਲੋਏਮ ਰੇਸ਼ੇ ਅਤੇ ਫਲੋਏਮ ਪੇਰਨਕਾਈਮਾ ਹੈ। ਫਲੋਏਮ ਰੇਸ਼ਿਆਂ ਤੋਂ ਬਿਨਾਂ ਫਲੋਏਮ ਦੇ ਬਾਕੀ ਸਾਰੇ ਭਾਗਾਂ ਦੇ ਸੈੱਲ ਜੀਵਿਤ ਹੁੰਦੇ ਹਨ। ਫਲੋਏਮ ਪੱਤਿਆਂ ਤੋਂ ਭੋਜਨ ਨੂੰ ਪੌਦੇ ਦੇ ਭਿੰਨ-ਭਿੰਨ ਭਾਗਾਂ ਤੱਕ ਪਹੁੰਚਾਉਂਦਾ ਹੈ। ਜ਼ਾਈਲਮ ਤੋਂ ਉਲਟ ਇਹ ਦੋਵੇਂ ਦਿਸ਼ਾਵਾਂ ਵਿੱਚ ਪਦਾਰਥਾਂ ਦੀ ਗਤੀ ਕਰਾ ਸਕਦਾ ਹੈ। ਜੰਤੂਆਂ ਵਿੱਚ ਚਾਰ ਮੁੱਖ ਕਿਸਮ ਦੇ ਟਿਸ਼ੂ ਹੁੰਦੇ ਹਨ: ਅਧਿਛਦ ਟਿਸ਼ੂ, ਜੋੜਕ ਟਿਸ਼ੂ, ਪੇਸ਼ੀ ਟਿਸ਼ੂ ਅਤੇ ਨਾੜੀ ਟਿਸ਼ੂ। ਅਧਿਛਦ ਟਿਸ਼ੂ ਇਹ ਸਰੀਰ ਦੀ ਅੰਦਰੂਨੀ ਅਤੇ ਬਾਹਰਲੀ ਸਤਹ ਨੂੰ ਢੱਕਦਾ ਹੈ। ਇਹ ਪਦਾਰਥ ਅਧਿਛਿਦ ਸੈੱਲਾਂ ਨੂੰ ਜੋੜ ਕੇ ਰੱਖਦਾ ਹੈ। ਬਣਤਰ ਅਤੇ ਵੰਡ ਦੇ ਅਨੁਸਾਰ ਇਸ ਨੂੰ 5 ਭਾਗਾਂ ਵਿੱਚ ਵੰਡਿਆ ਗਿਆ ਹੈ: ਸਕੇਲੀ ਅਧਿਛਿਦ ਟਿਸ਼ੂ, ਘਣਾਕਾਰ, ਸਤੰਭਕਾਰ, ਸਿਲਿਆਈਮਈ, ਤਹਿਦਾਰ ਸਕੇਲੀ। ਸਕੇਲੀ ਅਧਿਛਿਦ ਟਿਸ਼ੂ। ਸਰਲ ਸਕੇਲੀ ਅਧ ਟਿਸ਼ੂ ਲਹੂ ਵਹਿਣੀਆਂ, ਫੇਫੜਿਆਂ ਦੇ ਐਲਵੂਲਾਈ ਅਤੇ ਗੁਰਦਿਆਂ ਦੇ ਟਿਊਬਨਲਜ਼ ਆਦਿ ਵਿੱਚ ਮਿਲਦਾ ਹੈ। ਤਹਿਦਾਰ ਸਕੇਲੀ ਚਮੜੀ ਅਤੇ ਅੱਖਾਂ ਦੇ ਕੋਰਨੀਆ ਵਿੱਚ ਹੁੰਦੇ ਹਨ। ਇਹ ਟੁੱਟ ਭੱਜ ਤੋਂ ਬਚਾਉਂਦੇ ਹਨ। ਸਤੰਭਾਕਾਰ ਇਹ ਇੱਕ ਅਪਾਰਗਮਨ ਬੈਰੀਅਰ ਬਣਾਉਂਦਾ ਹੈ ਜਿਸ ਦੇ ਸਤੰਭ ਵਰਗੇ ਸੈੱਲ ਜਿਹੜੇ ਕਿ ਨਾਲ ਜੁੜੇ ਹੁੰਦੇ ਹਨ। ਇਹ ਮਿਹਦੇ, ਆਂਤੜੀ
ਅਤੇ ਗਾਲ ਬਲੈਡਰ ਵਿੱਚ ਮੌਜੂਦ ਹੁੰਦੇ ਹਨ। ਘਣਾਕਾਰ ਅਧਿਸ਼ਦ ਟਿਸ਼ੂ ਘਣਾਕਾਰ ਸੈੱਲਾਂ ਦਾ ਬਣਿਆ ਹੁੰਦਾ ਹੈ ਜੋ ਕਿ ਪੂਰਨ ਜਾਂ ਅਰਧ ਰੂਪ ਵਿੱਚ ਵਰਗਾਕਾਰ ਹੁੰਦੇ ਹਨ। ਸੂਤਰ ਨਾਲੀਆਂ ਫੇਫੜਿਆਂ ਦੇ ਬ੍ਰੌਂਕਾਈ ਅਤੇ ਪਸੀਨਾ ਗ੍ਰੰਥੀਆਂ ਵਿੱਚ ਹੁੰਦੇ ਹਨ। ਇਹ ਸੋਖਣ ਵਿੱਚ ਮਦਦ ਕਰਦਾ ਹੈ ਅਤੇ ਸਹਾਰਾ ਦੇਣ ਦਾ ਕੰਮ ਕਰਦਾ ਹੈ। ਨਾੜੀ ਟਿਸ਼ੂ ਇਹ ਨਾੜੀ ਸੈੱਲ ਜਾਂ ਨਿਊਰੋਨ ਜਿਸ ਵਿੱਚ ਇੱਕ ਸੈੱਲ ਬਾਡੀ, ਕੇਂਦਰਕ ਅਤੇ ਦਾਣੇਦਾਰ ਸਾਈਟੋਪਲਾਜ਼ਮ ਹੁੰਦੇ ਹਨ। ਸੈੱਲ ਬਾਡੀ ਤੋਂ ਬਾਹਰ ਵੱਲ ਇੱਕ ਜਾਂ ਵੱਧ ਫਿਲਾਮੈਂਟ ਜਿਹੀਆਂ ਰਚਨਾਵਾਂ ਹੁੰਦੀਆਂ ਹਨ। ਇਹਨਾਂ ਛੋਟੀਆਂ ਰਚਨਾਵਾਂ ਨੂੰ ਡੈਂਡਰਾਈਟ ਕਹਿੰਦੇ ਹਨ। ਇਹ ਸੈੱਲ ਬਾਡੀ ਵੱਲ ਸੰਦੇਸ਼ ਲੈ ਕੇ ਜਾਂਦੇ ਹਨ। ਪੇਸ਼ੀ ਟਿਸ਼ੂ ਲੰਬੇ ਸੈੱਲਾਂ ਤੋਂ ਬਣਿਆ ਹੁੰਦਾ ਹੈ ਜਿਨ੍ਹਾਂ ਨੂੰ ਪੇਸ਼ੀ ਰੇਸ਼ੇ ਜਾਂ ਮਸਲ ਫਾਈਬਰ ਵੀ ਕਿਹਾ ਜਾਂਦਾ ਹੈ, ਜਿਹੜੇ ਕਿ ਜੋੜਕ ਟਿਸ਼ੂਆਂ ਨਾਲ ਜੁੜੇ ਹੁੰਦੇ ਹਨ। ਇਹ 3 ਤਰ੍ਹਾਂ ਦੇ ਹੁੰਦੇ ਹਨ: ਧਾਰੀਦਾਰ ਰੇਸ਼ੇ, ਧਾਰੀ ਰਹਿਤ ਪੇਸ਼ੀ ਰੇਸ਼ੇ ਅਤੇ ਦਿਲ ਪੇਸ਼ੀ। ਧਾਰੀਦਾਰ ਪੇਸ਼ੀਆਂ ਉਹਨਾਂ ਅੰਗਾਂ ਵਿੱਚ ਮਿਲਦੀਆਂ ਹਨ ਜਿੱਥੇ ਇੱਛਤ ਗਤੀ ਹੁੰਦੀ ਹੋਵੇ, ਜਿਵੇਂ ਹੱਥ, ਲੱਤਾਂ, ਪਿੱਠ ਅਤੇ ਗਰਦਨ ਦੀਆਂ ਮਾਸਪੇਸ਼ੀਆਂ। ਧਾਰੀ ਰਹਿਤ ਪੇਸ਼ੀਆਂ ਉੱਥੇ ਹੁੰਦੀਆਂ ਹਨ ਜਿੱਥੇ ਅਣਇੱਛਤ ਗਤੀ ਹੋਵੇ, ਜਿਵੇਂ ਭੋਜਨ ਨਲੀ। ਦਿਲ ਪੇਸ਼ੀ ਦੇ ਸੈੱਲ ਸ਼ਾਖਿਤ, ਵੇਲਣਾਕਾਰ ਅਤੇ ਇੱਕ ਕੇਂਦਰਕ ਵਾਲੇ ਹੁੰਦੇ ਹਨ। ਇਹ ਦਿਲ ਅੰਦਰ ਦਿਲ ਦੀ ਦੀਵਾਰ ਵਿੱਚ ਮਿਲਦੇ ਹਨ। ਇਹ ਪੇਸ਼ੀ ਸੈੱਲ ਸਾਰੀ ਉਮਰ ਲੈਅਬੱਧ ਹੋ ਕੇ ਸੁੰਗੜਦੀਆਂ ਅਤੇ ਫੈਲਦੀਆਂ ਹਨ। ਜੋੜਕ ਟਿਸ਼ੂ ਜੋੜਕ ਟਿਸ਼ੂਆਂ ਵਿੱਚ ਸੈੱਲਾਂ ਦਾ ਸਮੂਹ ਹੁੰਦਾ ਹੈ ਜਿਹੜਾ ਬਾਹਰੀ ਸੈੱਲ ਪਦਾਰਥ, ਜਿਸ ਨੂੰ ਮੈਟ੍ਰਿਕਸ ਕਹਿੰਦੇ ਹਨ, ਵਿੱਚ ਮੌਜੂਦ ਹੁੰਦਾ ਹੈ। ਇਹ ਹੱਡੀ ਅਤੇ ਅਸਥੀ ਦੀ ਤਰ੍ਹਾਂ ਸਹਾਰਾ ਦਿੰਦੇ ਹਨ। ਇਹ ਸਰੀਰ ਵਿੱਚ ਟੁੱਟ ਭੱਜ ਦੀ ਮੁਰੰਮਤ ਕਰਨ ਵਿੱਚ ਸਹਾਈ ਹੁੰਦੇ ਹਨ। ਜੋੜਕ ਟਿਸ਼ੂਆਂ ਵਿੱਚ ਹੱਡੀ, ਅਸਥੀ, ਲਹੂ, ਟੈਂਡਨ ਅਤੇ ਲਿਗਾਮੈਂਟ ਆਉਂਦੇ ਹਨ।